सत श्री अकाल जी सारिਆਂ ਨੂੰ। 2 दिन तो कमरे ਵਿੱਚ ਭੁੱਖੀ ਬੰਦ ਗੀਤਾ ਜੀ ਦਾ ਅੱਜ ਦਰਵਾਜ਼ਾ ਖੋਲ੍ਹਿਆ ਗਿਆ। ਜਿਵੇਂ ਹੀ ਦਰਵਾਜ਼ਾ ਖੁੱਲ੍ਹਿਆ ਉਹ ਬਹੂ ਦੇ ਪਿੱਛੇ ਹੱਥ ਜੋੜ ਕੇ ਗਿੜਗਿੜਾਉਂਦੇ ਹੋਏ ਬੋਲਦੀ ਜਾ ਰਹੀ ਸੀ, ਬਹੂ ਹੁਣ ਤਾਂ ਖਾਣਾ ਦੇ ਦੇ ਬੇਟਾ, ਬੜੀ ਭੁੱਖ ਲੱਗੀ ਆ, ਦੇਖ ਹੁਣ ਇਸ ਬੁੱਢੀ ਤੋਂ ਬਰਦਾਸ਼ਤ ਨਹੀਂ ਹੁੰਦਾ। ਬਹੂ ਬਾਸੀ ਤਾਜ਼ਾ ਜੋ ਵੀ ਹੋਵੇ ਦੇ ਦੇ, ਹੁਣ ਬਰਦਾਸ਼ਤ ਨਹੀਂ ਹੋ ਪਾ ਰਿਹਾ। ਕਹਿੰਦੇ ਕਹਿੰਦੇ ਗੀਤਾ ਜੀ ਉੱਚੀ ਉੱਚੀ ਰੋਣ ਲੱਗੀ ਕਿ ਉਦੋਂ ਹੀ ਉਸਦੀ ਬਹੂ ਸਮਿਧਾ ਅੱਖਾਂ ਦਿਖਾ ਕੇ ਬੋਲੀ, ਬੁੜੀਆ ਚੁੱਪ-ਚਾਪ ਇੱਥੇ ਬੈਠੀ ਰਹਿ, ਵਰਨਾ ਉਹ ਵੀ ਨਹੀਂ ਦੇਊਂਗੀ। ਗੀਤਾ ਜੀ ਕਿਸੇ ਛੋਟੇ ਬੱਚੇ ਦੀ ਤਰ੍ਹਾਂ ਉੱਥੇ ਹੀ ਜ਼ਮੀਨ 'ਤੇ ਬੈਠ ਗਈ ਤਾਂ ਸਮਿਧਾ ਤਪਤਪਾਉਂਦੀ ਅਤੇ ਬੜਬੜਾਉਂਦੀ ਹੋਈ ਬਾਹਰ ਆਈ। ਹੱਥ ਵਿੱਚ ਇੱਕ ਰੋਟੀ ਉੱਤੇ ਨਮਕ ਲਾਇਆ ਹੋਇਆ ਸੀ ਤੇ ਉਸ ਦੇ ਸਾਹਮਣੇ ਇੱਕ ਟੁੱਟੇ ਕਟੋਰੇ ਵਿੱਚ ਰੱਖ ਦਿੱਤੀ ਤੇ ਕਹਿੰਦੀ, ਲੈ ਬੁੜੀਆ ਠੂਸ ਲਾ, 70 ਸਾਲ ਦੀ ਹੋ ਗਈ ਆ ਪਰ ਹੁਣ ਵੀ ਭੁੱਖ ਕਿੰਨੀ ਲੱਗਦੀ ਆ, ਲੱਗਦਾ ਹੈ ਸਵਰਗ ਸਧਾਰਨ ਤੱਕ ਮੈਨੂੰ ਕੰਗਾਲ ਹੀ ਕਰ ਦੇਵੇਂਗੀ। ਗੀਤਾ ਜੀ ਦੀ ਬਹੂ ਸਮੇਧਾ ਨੇ ਜਦੋਂ ਖਾਣ ਨੂੰ ਲਿਆ ਰਹੀ ਆ ਕਿਹਾ ਤਾਂ ਗੀਤਾ ਜੀ ਉਸਦੇ ਪਿੱਛੇ ਇਸ ਤਰ੍ਹਾਂ ਜਾ ਰਹੀ ਸੀ ਮੰਨੋ ਉਹ ਕਦੋਂ ਦੀ ਭੁੱਖੀ ਬੈਠੀ ਹੋਵੇ। ਸਮੇਧਾ ਉਸ ਕਟੋਰੀ ਵਿੱਚ ਰੋਟੀ ਪਾਉਂਦੇ ਹੋਏ ਗੀਤਾ ਜੀ ਨੂੰ ਝਟਪਟਾ ਕੇ ਉਸ ਖਾਣੇ ਨੂੰ ਲੱਗ ਗਈ। ਉਹ ਤਾਂ ਸਿਰਫ ਰਾਤ ਦਾ ਬਚੀ ਹੋਈ ਰੋਟੀ ਤੇ ਨਮਕ ਸੀ, ਪਰ ਉਸ ਨੂੰ ਵੀ ਇੰਨੇ ਚਾਅ ਨਾਲ ਖਾ ਰਹੀ ਸੀ, ਸ਼ਾਇਦ ਉਸ ਨੂੰ ਜ਼ਿਆਦਾ ਹੀ ਭੁੱਖ ਲੱਗੀ ਸੀ। ਗੀਤਾ ਜੀ ਨੂੰ ਅਜਿਹਾ ਖਾਂਦੇ ਦੇਖ ਸੁਮੇਧਾ ਜਲ ਭੁੰਨ ਗਈ ਤੇ ਉਹ ਗੀਤਾ ਜੀ ਦੀ ਕਟੋਰੀ ਨੂੰ ਲੱਤ ਮਾਰਦੀ ਹੈ। ਗੀਤਾ ਜੀ ਥੋੜੀ ਦੇਰ ਬਾਅਦ ਦੇਖਦੀ ਹੈ ਤੇ ਫਿਰ ਜ਼ਮੀਨ ਤੋਂ ਉਠਾ ਕੇ ਖਾਣਾ ਖਾਣ ਲੱਗ ਜਾਂਦੀ ਹੈ। ਇੰਨੇ ਵਿੱਚ ਸੁਮੇਧਾ ਦੀਆਂ ਕੁਝ ਸਹੇਲੀਆਂ ਵੀ ਉੱਥੇ ਆ ਜਾਂਦੀਆਂ ਹਨ ਤੇ ਗੀਤਾ ਜੀ ਨੂੰ ਇਸ ਤਰ੍ਹਾਂ ਖਾਣਾ ਖਾਂਦੇ ਦੇਖ ਉੱਚੀ ਉੱਚੀ ਹੱਸਣ ਲੱਗਦੀਆਂ ਤੇ ਉਸ ਦਾ ਮਜ਼ਾਕ ਬਣਾਉਣ ਲੱਗਦੀਆਂ। ਗੀਤਾ ਜੀ ਇੰਨੇ ਦਿਨਾਂ ਤੋਂ ਭੁੱਖੀ ਸੀ ਕਿ ਉਸ ਨੂੰ ਆਪਣੇ ਉੱਤੇ ਹੱਸਣ ਤੇ ਕੋਈ ਫਰਕ ਹੀ ਨਹੀਂ ਪੈਂਦਾ ਸੀ। ਭੁੱਖ ਦੇ ਅੱਗੇ ਇਨਸਾਨ ਇੰਨਾ ਲਾਚਾਰ ਹੋ ਜਾਂਦਾ ਕਿ ਉਸ ਦੇ ਅੱਗੇ ਪਿੱਛੇ ਕੁਝ ਦਿਖਾਈ ਨਹੀਂ ਦਿੰਦਾ। ਸੁਮੇਧਾ ਦੀ ਇੱਕ ਸਹੇਲੀ ਬੋਲੀ, ਅਰੇ ਵਾਹ ਸੁਮੇਧਾ, ਤੂੰ ਤਾਂ ਭਿਖਾਰੀਆਂ ਨੂੰ ਵੀ ਖਾਣਾ ਖਵਾਉਣਾ ਸ਼ੁਰੂ ਕਰ ਦਿੱਤਾ, ਤੂੰ ਇਹ ਨੇਕ ਕੰਮ ਕਦੋਂ ਤੋਂ ਕਰਨ ਲੱਗ ਗਈ? ਸੁਮੇਧਾ ਮੂੰਹ ਬਣਾਉਂਦੇ ਹੋਏ ਬੋਲੀ, ਅਰੇ ਨਹੀਂ ਨਹੀਂ, ਇਹ ਤਾਂ ਮੇਰੀ ਸੱਸ ਆ, ਮੇਰੀ ਪਿੰਡ ਦੀ ਅਨਪੜ੍ਹ ਗਵਾਰ ਸੱਸ, ਤਾਂ ਹੀ ਤਾਂ ਇਹ ਜਾਨਵਰਾਂ ਦੀ ਤਰ੍ਹਾਂ ਖਾ ਰਹੀ ਆ। ਗੀਤਾ ਜੀ ਜ਼ਮੀਨ ਉੱਤੇ ਪਿਆ ਖਾਣਾ ਬੜੇ ਪਿਆਰ ਨਾਲ ਖਾ ਰਹੀ ਸੀ। ਉਸ ਨੂੰ ਬਾਸੀ ਰੋਟੀ ਕਿਸੇ ਪਕਵਾਨ ਤੋਂ ਘੱਟ ਨਹੀਂ ਲੱਗ ਰਹੀ ਸੀ। ਉਸ ਨੂੰ ਦੇਖ ਕੇ ਕਿਸੇ ਵੀ ਦਿਆਲੂ ਇਨਸਾਨ ਦੀਆਂ ਅੱਖਾਂ ਵਿੱਚ ਹੰਝੂ ਆ ਜਾਣ। ਲੇਕਿਨ ਦੂਜੀ ਤਰਫ ਸਮੇਧਾ ਦੀਆਂ ਸਹੇਲੀਆਂ ਉਸ ਉੱਤੇ ਬੇਸ਼ਰਮਾਂ ਦੀ ਤਰ੍ਹਾਂ ਹੱਸ ਰਹੀਆਂ ਸੀ। ਬਹੂ ਥੋੜਾ ਜਿਹਾ ਹੋਰ ਦੇ ਦੇ ਬੇਟਾ, ਗੀਤਾ ਜੀ ਨੇ ਗੁਹਾਰ ਲਗਾਉਂਦੇ ਹੋਏ ਆਪਣੀ ਬਹੂ ਨੂੰ ਬੋਲਿਆ। ਲੇਕਿਨ ਉਹ ਆਪਣੀਆਂ ਸਹੇਲੀਆਂ ਦੀਆਂ ਗੱਲਾਂ ਵਿੱਚ ਇੰਨਾ ਗੁੰਮ ਗਈ ਸੀ ਕਿ ਗੀਤਾ ਜੀ ਦੀ ਆਵਾਜ਼ ਉਹਨਾਂ ਦੇ ਕੰਨਾਂ ਤੱਕ ਪਹੁੰਚ ਹੀ ਨਹੀਂ ਰਹੀ ਸੀ। ਉਸ ਦੀ ਇੱਕ ਸਹੇਲੀ ਨੇ ਮੇਜ਼ ਉੱਤੇ ਰੱਖਿਆ ਇੱਕ ਪੀਜ਼ੇ ਦਾ ਟੁਕੜਾ ਲਿਜਾ ਕੇ ਗੀਤਾ ਜੀ ਦੇ ਵੱਲ ਵਧਾਇਆ ਤੇ ਉਸ ਟੁਕੜੇ ਨੂੰ ਦੇਖ ਕੇ ਗੀਤਾ ਜੀ ਦੀਆਂ ਅੱਖਾਂ ਵਿੱਚ ਚਮਕ ਆ ਗਈ। ਲੇਕਿਨ ਜਿਵੇਂ ਹੀ ਉਸਨੇ ਉਹ ਟੁਕੜਾ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਹੱਥ ਪਿੱਛੇ ਖਿੱਚ ਲਿਆ। ਉਹ ਕਦੇ ਉਸ ਟੁਕੜੇ ਨੂੰ ਗੀਤਾ ਜੀ ਦੇ ਅੱਗੇ ਕਰਦੀ, ਕਦੇ ਪਿੱਛੇ ਖਿੱਚ ਲੈਂਦੀ ਤੇ ਸਾਰੀਆਂ ਸਹੇਲੀਆਂ ਜੋ ਕਿ ਅਮੀਰ ਘਰਾਣੇ ਦੀਆਂ ਇੱਕ ਨੰਬਰ ਦੀਆਂ ਬਿਜ਼ਨਸਮੈਨ ਔਰਤਾਂ ਸੀ, ਗੀਤਾ ਜੀ ਦੀ ਦਿਸ਼ਾ ਉੱਤੇ ਠਹਾਕੇ ਮਾਰ ਕੇ ਹੱਸ ਦਿੰਦੀਆਂ ਸੀ। ਇਹ ਸਭ ਦੇਖ ਕੇ ਗੀਤਾ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਉਸ ਟੁਕੜੇ ਨੂੰ ਜ਼ਮੀਨ ਉੱਤੇ ਸੁੱਟਦੇ ਹੋਏ ਬੋਲੀ, ਲੈ ਬੁੜੀਆ ਖਾ ਲਾ। ਸੁਮੇਧਾ ਵੀ ਉੱਥੇ ਮੇਜ਼ ਉੱਤੇ ਬੈਠੀ ਆਪਣੀਆਂ ਸਹੇਲੀਆਂ ਦੇ ਨਾਲ ਗੀਤਾ ਜੀ ਦਾ ਤਮਾਸ਼ਾ ਬਣਦੇ ਹੋਏ ਦੇਖ ਰਹੀ ਸੀ ਤਾਂ ਅਚਾਨਕ ਆਪਣੇ ਗਲ ਉੱਤੇ ਪਏ ਚਟਾਕ ਨਾਲ ਹੱਸੀ ਠਠੋਲੇ ਦੀ ਆਵਾਜ਼ ਸਰਨਾਟੇ ਵਿੱਚ ਪਸਰ ਗਈ, ਕੌਣ ਆ ਤੂੰ? ਜਦੋਂ ਸਮੇਧਾ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਉੱਥੇ ਤਾਂ ਗੀਤਾ ਜੀ ਇੱਕ ਸਧਾਰਨ ਮਹਿਲਾ ਸੀ। ਪੂਰਾ ਜੀਵਨ ਉਸਨੇ ਆਪਣੇ ਬੱਚਿਆਂ ਦੇ ਪਾਲਣ ਅਤੇ ਉਸਦੇ ਭਵਿੱਖ ਨੂੰ ਸਵਾਰਨ ਵਿੱਚ ਗੁਜ਼ਾਰ ਦਿੱਤਾ ਸੀ। ਕਿਸ਼ਨ ਬਾਬੂ ਇੱਕ ਕਿਰਾਏ ਦੀ ਦੁਕਾਨ ਚਲਾਉਂਦੇ ਸੀ। ਉਸ ਨਾਲ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਜਿਵੇਂ ਤਿਵੇਂ ਕਰਿਆ ਕਰਦੇ ਸੀ। ਹੌਲੀ ਹੌਲੀ ਬੱਚੇ ਵੱਡੇ ਹੋਣ ਲੱਗੇ ਤੇ ਜ਼ਰੂਰਤਾਂ ਵਧਣ ਲੱਗੀਆਂ ਤੇ ਉਹਨਾਂ ਨੇ ਰਾਤ ਨੂੰ ਵੀ ਕਿਸੇ ਕੰਮ ਨੂੰ ਫੜ ਲਿਆ ਤੇ ਵਿਚਾਰੇ ਬੱਚਿਆਂ ਦੀਆਂ ਖੁਸ਼ੀਆਂ ਨੂੰ ਪੂਰਾ ਕਰਨ ਦੇ ਲਈ ਕੰਮ ਕਰਨ ਦੀ ਮਸ਼ੀਨ ਬਣ ਕੇ ਰਹਿ ਗਏ। ਨਾ ਖਾਣ ਦੀ ਸੁੱਧ ਨਾ ਪਹਿਨਣ ਦੀ। ਦੋਨੋਂ ਬੇਟੀਆਂ ਵਿਆਹਯੋਗ ਹੋ ਗਈਆਂ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਬੇਟੀਆਂ ਦੇ ਵਿਆਹ ਕੀਤੇ। ਲੇਕਿਨ ਜਿਵੇਂ ਹੀ ਬੇਟੀਆਂ ਦਾ ਵਿਆਹ ਹੋਇਆ ਤਾਂ ਉਹਨਾਂ ਦੀ ਹਾਲਤ ਹੋਰ ਵੀ ਬੱਤਰ ਹੋ ਗਈ। ਬੇਟਾ ਕੋਈ ਕੰਮ ਨਹੀਂ ਕਰਦਾ ਸੀ ਤੇ ਹੁਣ ਵੀ ਕਿਸ਼ਨ ਬਾਬੂ ਨੂੰ ਹੀ ਪੂਰੇ ਪਰਿਵਾਰ ਦਾ ਖਰਚ ਉਠਾਉਣਾ ਪੈਂਦਾ ਸੀ।
ਰਾਤ 3 ਵਜੇ ਉਹ ਕੰਮ ਤੋਂ ਲੌਟ ਰਹੇ ਸੀ ਕਿ ਕਿਸੇ ਨੇ ਉਹਨਾਂ ਦੇ ਪਿੱਛੇ ਤੋਂ ਟੱਕਰ ਮਾਰ ਦਿੱਤੀ ਤੇ ਮੌਕੇ 'ਤੇ ਹੀ ਉਹਨਾਂ ਦੀ ਮੌਤ ਹੋ ਗਈ। ਉਸ ਦਿਨ ਦੇ ਬਾਅਦ ਗੀਤਾ ਜੀ ਨੂੰ ਆਪਣੀ ਸੁੱਧ ਬੁੱਧ ਨਹੀਂ ਰਹੀ। ਸਹੁਰਾ ਸਾਹਿਬ ਦੇ ਜਾਂਦੇ ਹੀ ਸਮੇਧਾ ਨੇ ਸਾਰਾ ਘਰ ਆਪਣੀ ਮੁੱਠੀ 'ਚ ਕਰ ਲਿਆ ਤੇ ਬੇਟੇ ਨੇ ਪਿਤਾ ਜੀ ਦੇ ਕਿਰਾਏ ਦੀ ਦੁਕਾਨ ਸਾਂਭ ਲਈ। ਲੇਕਿਨ ਜਾਣ ਤੋਂ ਪਹਿਲਾਂ ਕਿਸ਼ਨ ਬਾਬੂ ਇੱਕ ਚੰਗਾ ਕੰਮ ਕਰ ਗਏ। ਉਸ ਦੇ ਬਾਰੇ ਵਿੱਚ ਉਹ ਸੁਮਨ ਅਤੇ ਮੀਨਾ ਨੂੰ ਹੀ ਪਤਾ ਸੀ। ਇੱਕ ਸ਼ਾਮ ਨੂੰ ਗੀਤਾ ਜੀ ਆਪਣੇ ਮੰਜੇ ਉੱਤੇ ਬੈਠੀ ਸੀ ਕਿ ਉਦੋਂ ਹੀ ਉਸ ਦਾ ਪੋਤਾ ਵਿਸ਼ਾਲ ਇੱਕ ਪਲੇਟ ਵਿੱਚ ਕੁਝ ਪਕੌੜੇ ਖਾਂਦਾ ਤੇ ਫੋਨ ਚਲਾਉਂਦਾ ਹੋਇਆ ਆਇਆ। ਆਪਣੀ ਦਾਦੀ ਦੇ ਕੋਲ ਬੈਠ ਕੇ ਉਸਨੇ ਖਾਣ ਨੂੰ ਪੁੱਛਿਆ। ਅੱਜ ਪਤਾ ਨਹੀਂ ਕਿੰਨਾ ਸਮਾਂ ਗੁਜ਼ਰ ਗਿਆ ਗੀਤਾ ਜੀ ਨੂੰ ਅਜਿਹਾ ਖਾਣਾ ਖਾਦੇ ਹੋਏ। ਸ਼ਾਇਦ ਉਹਨਾਂ ਨੇ ਖੁਦ ਹੀ ਯਾਦ ਨਹੀਂ ਸੀ। ਪਕੌੜੇ ਦੇਖ ਕੇ ਉਹਨਾਂ ਦੇ ਮੂੰਹ ਵਿੱਚ ਪਾਣੀ ਤਾਂ ਆਇਆ, ਪਰ ਉਹ ਇੱਕ ਵੀ ਪਕੌੜਾ ਖਾਣ ਤੋਂ ਡਰ ਰਹੀ ਸੀ। ਵਿਸ਼ਾਲ ਬਾਰ-ਬਾਰ ਕਹਿ ਰਿਹਾ ਸੀ, ਲਓ ਲਓ ਨਾ ਦਾਦੀ ਜੀ, ਇੱਕ ਤਾਂ ਲੈ ਲਓ, ਪਰ ਗੀਤਾ ਜੀ ਮਨਾ ਕਰੀ ਜਾ ਰਹੀ ਸੀ ਤਾਂ ਵਿਸ਼ਾਲ ਨੇ ਉਹਨਾਂ ਦੇ ਮੂੰਹ ਵਿੱਚ ਜ਼ਬਰਦਸਤੀ ਪਕੌੜਾ ਪਾ ਦਿੱਤਾ। ਉਹ ਪਕੌੜੇ ਦੇ ਮੂੰਹ ਵਿੱਚ ਜਾਂਦੇ ਹੀ ਇੱਕ ਬੜੀ ਤ੍ਰਿਪਤੀ ਦੀ ਝਲਕ ਦਿਖਦੀ ਹੈ ਗੀਤਾ ਜੀ ਦੇ ਚਿਹਰੇ ਉੱਤੇ। ਉਹ ਅੱਖਾਂ ਬੰਦ ਕਰਕੇ ਪਕੌੜੇ ਦਾ ਸਵਾਦ ਲੈ ਰਹੀ ਸੀ ਕਿ ਉਦੋਂ ਹੀ ਕਿਸੇ ਨੇ ਉਸ ਨੂੰ ਵਾਲਾਂ ਤੋਂ ਫੜ ਲਿਆ। ਹੁਣ ਗੀਤਾ ਜੀ ਦੀਆਂ ਅੱਖਾਂ ਖੁੱਲ੍ਹੀਆਂ ਤਾਂ ਸਮੇਧਾ ਉਸ ਨੂੰ ਫੜੀ ਖੜੀ ਸੀ ਅਤੇ ਨਾਲ ਹੀ ਵਿਸ਼ਾਲ ਵੀ ਡਰਦੇ ਮਾਰੇ ਜਾ ਚੁੱਕਿਆ ਸੀ। ਸਮੇਧਾ ਗੀਤਾ ਜੀ ਦੇ ਵਾਲ ਫੜ ਕੇ ਉਸ ਨੂੰ ਮੰਜੇ ਤੋਂ ਧੱਕਾ ਦਿੰਦੇ ਹੋਏ ਬੋਲੀ, ਬੁੱਢੀਏ ਹਿੰਮਤ ਕਿਵੇਂ ਹੋਈ ਤੇਰੀ ਮੇਰੇ ਬੇਟੇ ਦੇ ਪਕੌੜੇ ਖੋਹ ਕੇ ਖਾਣ ਦੀ? ਬਿਮਾਰ ਪੈ ਗਈ ਤਾਂ ਉਸ ਦਾ ਬਿੱਲ ਕੀ ਤੇਰਾ ਬਾਪ ਭਰੇਗਾ? ਗੀਤਾ ਜੀ ਬਿੱਲ ਬੁਲਾਉਂਦੇ ਹੋਏ ਬੇਟਾ ਬੋਲੀ, ਬੇਟਾ ਮੈਂ ਨਹੀਂ ਖੋਇਆ, ਉਹ ਤਾਂ ਵਿਸ਼ਾਲ ਨੇ ਖੁਦ ਹੀ ਮੇਰੇ ਮੂੰਹ ਵਿੱਚ ਪਾ ਦਿੱਤਾ ਸੀ। ਮੈਨੂੰ ਨਾ ਮਾਰ, ਅੱਗੇ ਤੋਂ ਨਹੀਂ ਖਾਊਂਗੀ, ਬਸ ਇੱਕ ਹੀ ਖਾਧਾ ਸੀ, ਬਸ ਇੱਕ ਹੀ ਖਾਧਾ ਸੀ, ਨਾ ਮਾਰ। ਗੀਤਾ ਜੀ ਰੋਂਦੇ ਹੋਏ ਕਹੀ ਜਾ ਰਹੀ ਸੀ। ਸਮੇਧਾ ਉਸ ਨੂੰ ਮਾਰਦੀ ਜਾ ਰਹੀ ਸੀ ਤੇ ਬੋਲੀ, ਬੁੱਢਗੇ ਇੱਕ ਤਾਂ ਕਦੋਂ ਤੋਂ ਮੇਰੀ ਛਾਤੀ ਤੇ ਮੂੰਗ ਦਲ ਰਹੀ ਆ, ਉੱਪਰ ਤੋਂ ਮੇਰੇ ਬਣਾਏ ਨਿਯਮ ਵੀ ਤੋੜ ਰਹੀ ਆ। ਅੱਜ ਜੇ ਤੇਰੀਆਂ ਹੱਡੀਆਂ ਨਾ ਤੋੜੀਆਂ ਤਾਂ ਮੇਰਾ ਨਾਮ ਵੀ ਸਮੇਧਾ ਨਹੀਂ। ਸਮੇਧਾ ਬੋਲੀ ਅਤੇ ਇਸ ਤਰ੍ਹਾਂ ਕੁਝ ਦੇਰ ਤੱਕ ਗੀਤਾ ਜੀ ਨੂੰ ਮਾਰਦੀ ਰਹੀ। ਕੁੱਟ-ਕੁੱਟ ਕੇ ਜਦੋਂ ਸਮੇਧਾ ਦਾ ਗੁੱਸਾ ਸ਼ਾਂਤ ਹੋ ਗਿਆ ਤਾਂ ਉਹ ਕਹਿੰਦੀ ਹੈ, ਅੱਜ ਪੂਰੇ ਦਿਨ ਤੈਨੂੰ ਖਾਣਾ ਨਹੀਂ ਮਿਲੇਗਾ ਬੁੱਢਗੇ, ਹੁਣ ਭੁਗਤ ਪਕੌੜਿਆਂ ਦਾ ਸਵਾਦ। ਸਮੇਧਾ ਦੀ ਮਾਰ ਨਾਲ ਗੀਤਾ ਜੀ ਬਹੁਤ ਦੇਰ ਤੱਕ ਉੱਥੇ ਹੀ ਜ਼ਮੀਨ 'ਤੇ ਬੇਸੁੱਧ ਪਈ ਰਹੀ। ਕਰੀਬ 1 ਘੰਟੇ ਬਾਅਦ ਵਿਸ਼ਾਲ ਡਰਦੇ ਡਰਦੇ ਆਇਆ ਤੇ ਆਪਣੀ ਦਾਦੀ ਨੂੰ ਪਾਣੀ ਪਿਆਇਆ ਤਾਂ ਜਾ ਕੇ ਉਸ ਨੂੰ ਹੋਸ਼ ਆਇਆ। ਲੇਕਿਨ ਉਸ ਨੂੰ ਵੀ ਸਮੇਧਾ ਨੇ ਇੰਨਾ ਕੁ ਡਰਾ ਰੱਖਿਆ ਸੀ ਕਿ ਜੇ ਉਸ ਨੂੰ ਦਾਦੀ ਦੇ ਕੋਲ ਦੇਖ ਲਿਆ ਤਾਂ ਉਸ ਨੂੰ ਵੀ ਕਮਰੇ ਵਿੱਚ ਬੰਦ ਕਰਕੇ ਬਹੁਤ ਮਾਰਦੀ। ਉਸ ਨੇ ਤੁਰੰਤ ਪਾਣੀ ਪਿਆਇਆ ਤੇ ਉੱਥੋਂ ਆਪਣੇ ਕਮਰੇ ਵਿੱਚ ਚਲਾ ਗਿਆ। ਥੋੜੀ ਦੇਰ ਬਾਅਦ ਗੀਤਾ ਜੀ ਲੜਖੜਾਉਂਦੇ ਹੋਏ ਉੱਠੀ ਤੇ ਆਪਣੀ ਮੰਜੀ ਤੇ ਜਾ ਕੇ ਸੌਂ ਗਈ। ਪੂਰੇ ਦਿਨ ਬਸ ਬਾਹਰ ਵਿਹੜੇ ਵਿੱਚ ਹੀ ਪਈ ਰਹਿੰਦੀ, ਜਾਂ ਕੋਈ ਕੰਮ ਕਰਦੀ ਜਾਂ ਤਾਂ ਆਪਣੇ ਮੰਜੇ ਤੇ ਹੀ ਪਈ ਰਹਿੰਦੀ। ਗਰਮੀ ਹੋਵੇ, ਸਰਦੀ ਹੋਵੇ ਜਾਂ ਬਰਸਾਤ ਹੋਵੇ, ਘਰ ਦੇ ਅੰਦਰ ਉਸ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ। ਉਹ ਵਿਹੜੇ ਵਿੱਚ ਹੀ ਪਈ ਮੱਖੀਆਂ ਦੇ ਨਾਲ ਗੱਲਾਂ ਕਰਦੀ ਰਹਿੰਦੀ। ਉਸ ਦਾ ਬੇਟਾ ਸ਼ਰੇਸ਼, ਜੋ ਕਿ ਬਾਜ਼ਾਰ ਵਿੱਚ ਆਪਣੇ ਪਾਪਾ ਦੇ ਬਣਾਏ ਹੋਏ ਕਿਰਾਏ ਦੀ ਦੁਕਾਨ ਨੂੰ ਚਲਾਉਂਦਾ ਸੀ, ਨਾ ਜਾਣੇ ਕਿੰਨੀ ਵਾਰ ਮਾਂ ਦੇ ਕੋਲੋਂ ਨਿਕਲ ਜਾਂਦਾ ਸੀ, ਪਰ ਕਦੇ ਆਪਣੀ ਮਾਂ ਨੂੰ ਉਸ ਦਾ ਹਾਲ ਚਾਲ ਨਹੀਂ ਪੁੱਛਦਾ ਸੀ। ਉੱਥੇ ਹੀ ਸਮੇਧਾ ਗੀਤਾ ਜੀ ਦੀ ਆਓ ਭਗਤ ਉਦੋਂ ਕਰਦੀ ਜਦੋਂ ਉਸ ਦੀਆਂ ਦੋਵੇਂ ਨਣਦਾਂ ਉੱਥੇ ਹੁੰਦੀਆਂ। ਉਸ ਦੇ ਸਾਹਮਣੇ ਗੀਤਾ ਜੀ ਨੂੰ ਬੜੀ ਚੰਗੀ ਤਰ੍ਹਾਂ ਨਾਲ ਪੇਸ਼ ਆਉਂਦੀ। ਉਹ ਬੇਟੀਆਂ ਜਦੋਂ ਆਪਣੇ ਘਰ ਵਾਪਸ ਚਲੀਆਂ ਜਾਂਦੀਆਂ ਤਾਂ ਸਾਰੀ ਸੇਵਾ ਸਮੇਧਾ ਸੂਤ ਸਮੇਤ ਵਸੂਲ ਕਰਦੀ। ਗੀਤਾ ਜੀ ਨੇ ਕਈ ਵਾਰ ਚਾਹਿਆ ਸੀ ਕਿ ਬੇਟੀਆਂ ਨੂੰ ਸਮੇਧਾ ਅਤੇ ਸ਼ਰੇਸ਼ ਦੀ ਅਸਲੀਅਤ ਦੱਸ ਦੇਵਾਂ, ਪਰ ਫਿਰ ਇਹ ਸੋਚ ਕੇ ਡਰ ਜਾਂਦੀ ਕਿ ਕਿਤੇ ਅਜਿਹਾ ਕਰਨ ਨਾਲ ਸਮੇਧਾ ਉਸ ਨੂੰ ਇਸ ਘਰ ਵਿੱਚੋਂ ਨਾ ਕੱਢ ਦੇਵੇ। ਫਿਰ ਉਹ ਜਾ ਕੇ ਬੇਟੀਆਂ ਦੇ ਸਿਰ ਉੱਤੇ ਬੋਝ ਬਣ ਜਾਵੇਗੀ। ਉਹ ਤਾਂ ਵੈਸੇ ਵੀ ਆਪਣੇ ਸਹੁਰੇ ਘਰ ਚੰਗੀਆਂ ਭਲੀਆਂ ਵੱਸਦੀਆਂ ਹਨ। ਇੱਕ ਦਿਨ ਸਵੇਰੇ ਗੀਤਾ ਜੀ ਨੂੰ ਖਬਰ ਮਿਲਦੀ ਹੈ ਕਿ ਉਸ ਦੀ ਛੋਟੀ ਬੇਟੀ ਸੁਮਨ ਆਉਣ ਵਾਲੀ ਆ। ਗੀਤਾ ਜੀ ਬੜੀ ਖੁਸ਼ ਹੋ ਜਾਂਦੀ ਹੈ ਕਿ ਚਲੋ ਅੱਜ 1 ਸਾਲ ਬਾਅਦ ਕੁਝ ਚੰਗਾ ਖਾਣ ਨੂੰ ਮਿਲੇਗਾ, ਕਿਉਂਕਿ ਸੁਮਨ 1 ਸਾਲ ਪਹਿਲਾਂ ਆਈ ਸੀ ਆਪਣੀ ਦੀਦੀ ਮੀਨਾ ਦੇ ਨਾਲ। ਸੁਮਨ ਦੇ ਆਉਣ ਦਾ ਸੁਣ ਕੇ ਗੀਤਾ ਜੀ ਬੜੀ ਖੁਸ਼ ਸੀ। ਉੱਥੇ ਹੀ ਸਮੇਧਾ ਗੁੱਸੇ ਨਾਲ ਬੜਬੜਾ ਰਹੀ ਸੀ ਤੇ ਕਹਿ ਰਹੀ ਸੀ ਕਿ ਉਸ ਨੂੰ ਹੋਰ ਕੋਈ ਕੰਮ ਧੰਮ ਨਹੀਂ ਜੋ ਬਾਰ-ਬਾਰ ਮੂੰਹ ਉਠਾ ਕੇ ਆ ਜਾਂਦੀ ਆ।
ਹੁਣ ਉਸ ਦੇ ਨਾਲ ਇਸ ਬੁੜੀਆ ਦੀ ਵੀ ਸੇਵਾ ਕਰਾਂ। ਮੇਰਾ ਬੱਸ ਚੱਲਦਾ ਤਾਂ ਇਸ ਬੁੜੀਆ ਨੂੰ ਜ਼ਹਿਰ ਹੀ ਦੇ ਦੇਵਾਂ। ਨਾ ਕੰਮ ਦਾ ਨਾ ਕਾਜ ਦਾ, ਦੁਸ਼ਮਣ ਅਨਾਜ ਦਾ। ਜਦੋਂ ਸੁਮਨ ਆ ਗਈ, ਸੁਮਨ ਦੇ ਆਉਣ ਦਾ ਸਮਾਂ ਸ਼ਾਮ ਦਾ ਸੀ। ਉਹ ਬਹੁਤ ਜਲਦੀ ਹੀ ਆ ਗਈ ਤੇ ਉਸ ਦੀ ਖਬਰ ਉਸਨੇ ਪਹਿਲਾਂ ਹੀ ਆਪਣੀ ਭਰਾ ਭਰਜਾਈ ਨੂੰ ਨਹੀਂ ਦਿੱਤੀ ਸੀ, ਕਿਉਂਕਿ ਉਹ ਜਲਦੀ ਜਾ ਕੇ ਉਸ ਸਭ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਸੀ। ਲੇਕਿਨ ਸੁਮਨ ਨੇ ਜਿਵੇਂ ਹੀ ਘਰ ਵਿੱਚ ਕਦਮ ਰੱਖਿਆ ਤਾਂ ਮੰਜੇ 'ਤੇ ਪਈ ਆਪਣੀ ਮਾਂ ਨੂੰ ਦੇਖ ਕੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਕਹਿੰਦੀ ਹੈ, ਕੀ ਹੋਇਆ ਮਾਂ, ਤੁਸੀਂ ਇਸ ਤਰ੍ਹਾਂ ਕਿਵੇਂ ਬਾਹਰ ਪਏ ਹੋ? ਬੇਟਾ, ਉਹ ਅੰਦਰ ਬੜੀ ਗਰਮੀ ਹੋ ਰਹੀ ਸੀ ਤਾਂ ਬਾਹਰ ਖੁੱਲ੍ਹੀ ਹਵਾ ਵਿੱਚ ਆ ਕੇ ਪੈ ਗਈ। ਪਰ ਤੂੰ ਜਲਦੀ ਕਿਵੇਂ ਆ ਗਈ? ਗੀਤਾ ਜੀ ਨੇ ਆਪਣੀ ਬੇਟੀ ਨੂੰ ਝੂਠ ਬੋਲਦੇ ਹੋਏ ਕਿਹਾ। ਹਾਂ, ਮੈਨੂੰ ਪਹਿਲਾਂ ਹੀ ਟ੍ਰੇਨ ਮਿਲ ਗਈ ਸੀ, ਪਰ ਇੰਨੀ ਦੁਪਹਿਰ ਵਿੱਚ ਬਾਹਰ ਇੱਥੇ ਤਾਂ ਤਪ ਜਾਏਗੀ, ਚੱਲ ਅੰਦਰ। ਇਹ ਕਹਿ ਕੇ ਸੁਮਨ ਗੀਤਾ ਜੀ ਦੇ ਨਾਲ ਅੰਦਰ ਜਾਂਦੀ ਹੈ। ਸੁਮਨ ਅਤੇ ਗੀਤਾ ਜੀ ਨੂੰ ਨਾਲ ਦੇਖ ਕੇ ਸਮੇਧਾ ਮੱਚ ਜਾਂਦੀ ਹੈ ਤੇ ਕਹਿੰਦੀ ਹੈ, ਸੁਮਨ ਤੂੰ ਕਦੋਂ ਆਈ? ਸਮੇਧਾ ਦੀ ਇਸ ਹਰਕਤ ਤੇ ਸੁਮਨ ਦਾ ਗੁੱਸਾ ਜਵਾਲਾਮੁਖੀ ਬਣ ਕੇ ਫਟ ਉੱਠਦਾ ਹੈ, ਲੇਕਿਨ ਉਸਨੇ ਮੌਕੇ ਦੀ ਨਜ਼ਾਕਤ ਨੂੰ ਸਮਝਿਆ, ਕਿਉਂਕਿ ਉਹ ਜਿਸ ਮਕਸਦ ਨਾਲ ਇੱਥੇ ਮਾਂ ਦੇ ਲਈ ਆਈ ਸੀ ਉਹ ਉਸਨੇ ਕਦੇ ਨਹੀਂ ਖੋਲ੍ਹਣਾ ਚਾਹੁੰਦੀ ਸੀ। ਆਖਿਰ ਮਾਂ ਦੀ ਜ਼ਿੰਦਗੀ ਦਾ ਸਵਾਲ ਸੀ। ਸੁਮਨ ਬੋਲੀ, ਹਾਂ ਭਾਬੀ, ਜਲਦੀ ਹੀ ਟ੍ਰੇਨ ਮਿਲ ਗਈ ਸੀ, ਪਰ ਭਾਬੀ ਇੰਨੀ ਗਰਮੀ ਵਿੱਚ ਮਾਂ ਬਾਹਰ ਬੈਠੀ ਸੀ, ਤੁਸੀਂ ਕਿਹਾ ਕਿਉਂ ਨਹੀਂ? ਸੁਮਨ ਨੇ ਕਿਹਾ, ਅਰੇ ਸੁਮਨ, ਤੂੰ ਜਾਣਦੀ ਨਹੀਂ ਕਿ ਆਪਣੀ ਮਾਂ ਨੂੰ ਕਿੰਨੀ ਜਿੱਦੀ ਆ, ਕਦੇ ਕਿਸੇ ਦਾ ਕਹਿਣਾ ਨਹੀਂ ਮੰਨਦੀ। ਇਹਨਾਂ ਨੂੰ ਤਾਂ ਮੈਂ ਆਪਣੇ ਤਰੀਕੇ ਨਾਲ ਸਮਝਾਉਂਦੀ ਆ। ਜਦੋਂ ਦੇ ਪਾਪਾ ਜੀ ਗਏ ਹਨ ਬਸ ਆਪਣੀ ਹੀ ਮਨਮਾਨੀ ਕਰਦੀ ਹੈ। ਸੁਮੇਧਾ ਨੇ ਬੜੀ ਲਾਚਾਰੀ ਵਾਲਾ ਮੂੰਹ ਬਣਾਉਂਦੇ ਹੋਏ ਕਿਹਾ, ਹਾਂ ਭਾਬੀ, ਮੈਨੂੰ ਪਤਾ ਤੁਸੀਂ ਕਿੰਨਾ ਖਿਆਲ ਰੱਖਦੇ ਹੋ ਮਾਂ ਦਾ। ਉਹ ਤਾਂ ਬਸ ਮਾਂ ਹੀ ਕਦੇ ਕਦੇ ਜਿੱਦ 'ਤੇ ਅੜ ਜਾਂਦੀ ਆ, ਕੀ ਕਰੇ, ਹੁਣ ਉਮਰ ਵੀ ਤਾਂ ਕਾਫੀ ਹੋ ਗਈ ਆ ਨਾ। ਉਹ ਗੱਲਾਂ ਵਿੱਚ ਮੈਂ ਇੱਕ ਗੱਲ ਕਰਨਾ ਤਾਂ ਭੁੱਲ ਹੀ ਗਈ ਭਾਬੀ, ਕੱਲ ਮੀਨਾ ਦੀਦੀ ਵੀ ਆ ਰਹੀ ਆ। ਉਹ ਕੀ ਆ ਨਾ, ਪਾਪਾ ਨੇ ਸਾਡੇ ਤਿੰਨਾਂ ਭਾਈਆਂ ਭੈਣਾਂ ਦੇ ਨਾਮ ਤੇ ਇੱਕ ਪ੍ਰਾਪਰਟੀ ਲੈ ਰੱਖੀ ਆ। ਹੁਣ ਅਸੀਂ ਚਾਹੁੰਦੇ ਹਾਂ ਕਿ ਸਾਰਾ ਕੁਝ ਭਰਾ ਦੇ ਨਾਮ ਕਰ ਦਈਏ। ਜਦੋਂ ਪਾਪਾ ਦੀ ਜ਼ਿੰਮੇਵਾਰੀ ਭਰਾ ਨੇ ਉਠਾਉਣੀ ਆ ਤੇ ਮਾਂ ਨੂੰ ਵੀ ਉਹਨਾਂ ਨੇ ਹੀ ਸਾਂਭਣਾ, ਤਾਂ ਫਿਰ ਉਹਨਾਂ ਦੀ ਜਾਇਦਾਦ ਵਿੱਚ ਉਹਨਾਂ ਦਾ ਹੀ ਹਿੱਸਾ ਹੋਣਾ ਚਾਹੀਦਾ। ਸੁਮਨ ਨੇ ਸਮੇਧਾ ਨੂੰ ਜਾਲ ਵਿੱਚ ਲਪੇਟਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ। ਇਹ ਸੁਣ ਕੇ ਸਮੇਧਾ ਦੇ ਮਨ ਵਿੱਚ ਲੱਡੂ ਫੁੱਟਣ ਲੱਗੇ ਕਿ ਚਲੋ ਇਸ ਬੁੱਢੀ ਦੇ ਇੰਨੇ ਦਿਨਾਂ ਤੱਕ ਪਾਲਣ ਦਾ ਕੁਝ ਤਾਂ ਫਲ ਮਿਲੇਗਾ। ਸਮੇਧਾ ਨੇ ਮਨ ਵਿੱਚ ਸੋਚਿਆ। ਇੱਧਰ ਗੀਤਾ ਜੀ ਸੁਮਨ ਦੀਆਂ ਗੱਲਾਂ ਨਾਲ ਦੁਖੀ ਹੋ ਜਾਂਦੀ ਹੈ ਤੇ ਸੋਚਦੀ ਆ, ਮੇਰੀਏ ਭੋਲੀਏ ਬੇਟੀਏ, ਆਪਣੀ ਮਾਂ ਦੀਆਂ ਅੱਖਾਂ ਨੂੰ ਕਾਸ਼ ਪੜ੍ਹ ਲੈਂਦੀਆਂ, ਉਸ ਦਾ ਦਰਦ ਦੇਖ ਲੈਂਦੀਆਂ ਤੇ ਆਪਣੇ ਭਰਾ ਭਾਬੀ ਦਾ ਅਸਲੀ ਚਿਹਰਾ ਦੇਖ ਲੈਂਦੀਆਂ। ਮੈਂ ਤਾਂ ਕੁਝ ਕਹਿ ਨਹੀਂ ਸਕਦੀ, ਜੇ ਇਸ ਵਾਰ ਵੀ ਮੈਂ ਚੁੱਪ ਰਹਿ ਗਈ ਤਾਂ ਬਹੁਤ ਗਲਤ ਹੋ ਜਾਵੇਗਾ। ਨਹੀਂ, ਮੈਨੂੰ ਹੁਣ ਚੁੱਪ ਨਹੀਂ ਰਹਿਣਾ ਚਾਹੀਦਾ। ਥੋੜੀ ਦੇਰ ਬਾਅਦ ਸਾਰੇ ਆਪਣੇ ਕਮਰਿਆਂ ਵਿੱਚ ਚਲੇ ਗਏ। ਗੀਤਾ ਜੀ ਆਪਣੀ ਬੇਟੀ ਦੇ ਕੋਲ ਆ ਗਈ। ਆਓ ਮਾਂ, ਅੱਜ ਮੇਰੇ ਕੋਲ ਹੀ ਸੌਂ ਜਾਓ, ਇੱਥੇ ਹੀ ਸੌਂ ਜਾਓ, ਮੈਂ ਤੁਹਾਡੇ ਪੈਰਾਂ ਵਿੱਚ ਤੇਲ ਲਗਾ ਦਿੰਦੀ ਹਾਂ। ਸੁਮਨ ਨੇ ਜਿਵੇਂ ਹੀ ਆਪਣੀ ਮਾਂ ਦੇ ਪੈਰਾਂ ਨੂੰ ਆਪਣੀ ਗੋਦ ਵਿੱਚ ਲਿਆ, ਉਸਨੇ ਅਣਗਿਣਤ ਦਾਗ ਦੇਖ ਕੇ ਉਹ ਚੌਂਕ ਗਈ। ਪਤਾ ਨਹੀਂ ਉਸ ਨੂੰ ਸਭ ਪਹਿਲਾਂ ਤੋਂ ਹੀ ਸੀ, ਪਰ ਉਹ ਆਪਣੀ ਮਾਂ ਦੇ ਮੂੰਹੋਂ ਸੱਚਾਈ ਜਾਣਨਾ ਚਾਹੁੰਦੀ ਸੀ। ਉਸ ਨੂੰ ਪੁੱਛਿਆ, ਮਾਂ ਇਹ ਸਭ ਕੀ ਆ? ਇਹ ਦਾਗ ਕਿਵੇਂ ਆਏ? ਗੀਤਾ ਜੀ ਨੇ ਸਭ ਕੁਝ ਸੁਮਨ ਨੂੰ ਦੱਸਣ ਹੀ ਲੱਗੀ ਸੀ, ਪਰ ਜਦੋਂ ਸੁਮਨ ਨੇ ਦਾਗ ਦੇ ਬਾਰੇ ਵਿੱਚ ਪੁੱਛਿਆ ਤਾਂ ਉਹ ਘਬਰਾ ਗਈ ਤੇ ਗੱਲ ਨੂੰ ਘੁਮਾ ਦਿੱਤਾ ਤੇ ਕਿਹਾ, ਉਹ ਪਤਾ ਨਹੀਂ ਬੇਟਾ, ਇਸ ਉਮਰ ਵਿੱਚ ਇਹ ਸਭ ਹੁੰਦਾ ਹੀ ਰਹਿੰਦਾ, ਕੁਝ ਖਾਣ ਪੀਣ ਦੀ ਲਾਪਰਵਾਹੀ ਨਾਲ ਹੋ ਗਿਆ ਹੋਵੇਗਾ। ਤੂੰ ਇਹ ਸਭ ਛੱਡ ਤੇ ਮਾਲਿਸ਼ 'ਤੇ ਧਿਆਨ ਦੇ। ਉਹ ਨਹੀਂ ਚਾਹੁੰਦੀ ਸੀ ਕਿ ਉਸ ਦੀ ਵਜ੍ਹਾ ਨਾਲ ਉਸ ਦੀਆਂ ਬੇਟੀਆਂ ਦੇ ਜੀਵਨ 'ਤੇ ਕੋਈ ਮੁਸੀਬਤ ਆਵੇ, ਇਸ ਲਈ ਸੁਮਨ ਨੂੰ ਕੁਝ ਨਹੀਂ ਕਿਹਾ। ਉਸ ਦੇ ਬਾਅਦ ਰਾਤ ਨੂੰ ਸਭ ਸੌਂ ਜਾਂਦੇ ਹਨ। ਗੀਤਾ ਜੀ ਸੁਮਨ ਦੇ ਬਗਲ ਵਿੱਚ ਗਹਿਰੀ ਨੀਂਦ ਵਿੱਚ ਸੁੱਤੀ ਪਈ ਸੀ ਤੇ ਉਦੋਂ ਹੀ ਸਮੇਧਾ ਆ ਕੇ ਉਸ ਨੂੰ ਹੌਲੀ ਜਿਹੀ ਜਗਾ ਕੇ ਬਾਹਰ ਜਾਣ ਨੂੰ ਕਹਿੰਦੀ ਆ। ਗੀਤਾ ਜੀ ਦੱਬੇ ਪੈਰੀ ਸਮੇਧਾ ਦੇ ਪਿੱਛੇ ਬਾਹਰ ਨੂੰ ਚਲੀ ਜਾਂਦੀ ਆ। ਸਮੇਧਾ ਗੀਤਾ ਜੀ ਨੂੰ ਰਸੋਈ ਵਿੱਚ ਲਿਜਾ ਕੇ ਇੱਕ ਜ਼ੋਰ ਨਾਲ ਬੇਲਣਾ ਉਸ ਦੀ ਕਮਰ 'ਚ ਜੜਦੇ ਹੋਏ ਬੋਲਦੀ ਆ, ਬੜੀ ਆਰਾਮ ਫਰਮਾ ਰਹੀ ਆ। ਜੇ ਤੂੰ ਆਪਣੀ ਜ਼ੁਬਾਨ ਖੋਲ੍ਹੀ ਤਾਂ ਬੁੜੀਆ, ਪਤਾ ਹੈ ਨਾ ਤੇਰੇ ਨਾਲ ਫਿਰ ਕੀ ਕਰੂਗੀ। ਇੱਕ ਵਾਰ ਇਹ ਤੇਰੀਆਂ ਬੇਟੀਆਂ ਆਪਣਾ ਹਿੱਸਾ ਛੱਡ ਦੇਣ, ਉਸ ਦੇ ਬਾਅਦ ਉਹਨਾਂ ਦੇ ਸਾਹਮਣੇ ਇਹ ਸਾਰੇ ਢੋਂਗ ਕਰਨ ਦੀ ਜ਼ਰੂਰਤ ਨਹੀਂ ਪਵੇਗੀ, ਫਿਰ ਤਾਂ ਇਹਨਾਂ ਦਾ ਇੱਥੇ ਆਉਣਾ ਹੀ ਬੰਦ ਕਰ ਦੇਵਾਂਗੀ। ਹਾਂ, ਪਰ ਸੁਣ ਬੁੜੀਆ, ਜੇ ਉਹਨਾਂ ਨੂੰ ਇਸ ਤੋਂ ਪਹਿਲਾਂ ਜਰਾ ਜਿਹੀ ਵੀ ਕੋਈ ਗੱਲ ਦੀ ਭਿਣਕ ਲੱਗੀ ਨਾ
ਤਾਂ ਤੇਰੀ ਖੈਰ ਨਹੀਂ। ਜ਼ਿਆਦਾ ਨਾ ਪਿਛਲੀ ਵਾਰ ਦੀ ਕੁੱਟ, ਉਸ ਨਾਲ ਕੋਈ ਜ਼ਿਆਦਾ ਦਾਗ ਪੈਣ, ਉਸ ਨਾਲੋਂ ਵੀ ਜ਼ਿਆਦਾ ਦਾਗ ਪੈਣਗੇ ਸਰੀਰ ਉੱਤੇ। ਗੀਤਾ ਜੀ ਹੱਥ ਜੋੜ ਕੇ ਬੋਲੀ, ਕੁਝ ਨਹੀਂ ਕਹੂੰਗੀ, ਬਸ ਬਹੂ ਤੂੰ ਮੈਨੂੰ ਨਾ ਮਾਰੀ। ਗੀਤਾ ਜੀ ਨੇ ਆਪਣੇ ਦਰਦ ਨੂੰ ਆਪਣੇ ਸੀਨੇ ਵਿੱਚ ਹੀ ਦਫਨ ਕਰ ਲਿਆ। ਅਕਸਰ ਜਦੋਂ ਬੇਟੀਆਂ ਪੇਕੇ ਆਉਂਦੀਆਂ ਤਾਂ ਮਾਂ ਤੇ ਬੇਟੀ ਇੱਕ ਦੂਜੇ ਨਾਲ ਗੱਲਾਂ ਕਰਕੇ ਆਪਣਾ ਦਰਦ ਹਲਕਾ ਕਰ ਲੈਂਦੀਆਂ, ਪਰ ਇੱਥੇ ਗੀਤਾ ਜੀ ਦੀ ਹਾਲਤ ਅਜਿਹੀ ਸੀ ਕਿ ਉਹ ਆਪਣਾ ਕੋਈ ਵੀ ਦੁੱਖ ਦਰਦ ਆਪਣੀ ਬੇਟੀ ਦੇ ਨਾਲ ਨਹੀਂ ਵੰਡ ਸਕਦੀ ਸੀ ਤੇ ਅੰਦਰ ਹੀ ਅੰਦਰ ਘੁੱਟ-ਘੁੱਟ ਕੇ ਮਰ ਰਹੀ ਸੀ। ਅਗਲੇ ਦਿਨ ਮੀਨਾ ਵੀ ਆ ਜਾਂਦੀ ਆ। ਉਸ ਨੂੰ ਦੇਖ ਕੇ ਸੁਮੇਧਾ ਹੋਰ ਵੀ ਜ਼ਿਆਦਾ ਖੁਸ਼ ਹੋ ਜਾਂਦੀ ਆ ਕਿ ਸ਼ਾਇਦ ਇਹ ਅੱਜ ਪਹਿਲੀ ਵਾਰ ਹੋ ਰਿਹਾ ਹੋਵੇਗਾ ਕਿ ਨਣਦਾਂ ਦੇ ਆਉਣ 'ਤੇ ਸੁਮੇਧਾ ਇੰਨੀ ਖੁਸ਼ ਸੀ। ਮੀਨਾ ਨੂੰ ਦੇਖ ਕੇ ਪਤਾ ਨਹੀਂ ਗੀਤਾ ਜੀ ਨੂੰ ਕੀ ਹੋ ਗਿਆ। ਉਹ ਮੀਨਾ ਨਾਲ ਲਿਪਟ ਕੇ ਉੱਚੀ ਉੱਚੀ ਰੋਣ ਲੱਗੀ। ਉਸ ਦਾ ਇਹ ਰੋਣਾ ਦੇਖ ਕੇ ਦੋਨੋਂ ਬੇਟੀਆਂ ਇੰਨੇ ਦਿਨਾਂ ਬਾਅਦ ਮਿਲਣ ਦੀ ਖੁਸ਼ੀ ਦੇ ਹੰਝੂ ਸਮਝ ਬੈਠੀਆਂ, ਪਰ ਗੀਤਾ ਜੀ ਕਿਉਂ ਰੋ ਰਹੀ ਸੀ ਇਹ ਗੀਤਾ ਜੀ ਅਤੇ ਸੁਮੇਧਾ ਹੀ ਜਾਣਦੀਆਂ ਸੀ। ਗੀਤਾ ਜੀ ਜਾਣਦੀ ਸੀ ਕਿ ਇਹ ਸਭ ਦੇ ਬਾਅਦ ਉਸ ਨਾਲ ਹੋਰ ਵੀ ਬੁਰੇ ਤਰੀਕੇ ਨਾਲ ਪੇਸ਼ ਆਵੇਗੀ, ਪਰ ਉਹ ਹੁਣ ਚਾਹ ਕੇ ਵੀ ਆਪਣੀ ਜ਼ੁਬਾਨ ਖੋਲ੍ਹਣ ਦੀ ਹਿੰਮਤ ਨਹੀਂ ਜੁਟਾ ਪਾ ਰਹੀ ਸੀ। ਖਾਣਾ ਖਾਣ ਦੇ ਬਾਅਦ ਸ਼ਾਮ ਨੂੰ ਮੀਨਾ ਬੋਲੀ, ਵੀਰ ਜੀ ਕਾਗਜ਼ਾਤ ਅਸੀਂ ਆਪਣੇ ਪਾਪਾ ਦੀ ਵਕੀਲ ਤੋਂ ਬਣਵਾ ਲਏ, ਉਹ ਕੱਲ੍ਹ ਲੈ ਕੇ ਆਉਣਗੇ। ਓਹੋ, ਇਹ ਸਭ ਕਰਨ ਦੀ ਕੀ ਜ਼ਰੂਰਤ ਸੀ? ਪਾਪਾ ਨੇ ਕੁਝ ਸੋਚ ਸਮਝ ਕੇ ਹੀ ਇਹ ਸਭ ਕੀਤਾ ਹੋਵੇਗਾ। ਗੀਤਾ ਜੀ ਨੇ ਹਲਕ ਲਾਉਂਦੇ ਹੋਏ ਕਿਹਾ। ਇਹਨਾਂ ਦਾ ਇੰਨਾ ਕਹਿੰਦੇ ਹੀ ਸੁਮੇਧਾ ਅਤੇ ਸ਼ਰੇਸ਼ ਦੀਆਂ ਵੱਡੀਆਂ ਵੱਡੀਆਂ ਅੱਖਾਂ ਨਾਲ ਉਸ ਨੂੰ ਘੂਰਨ ਲੱਗੇ ਕਿ ਉਦੋਂ ਹੀ ਸੁਮਨ ਕਹਿੰਦੀ ਹੈ, ਮਾਂ ਪਾਪਾ ਨੇ ਸਾਨੂੰ ਤਿੰਨਾਂ ਨੂੰ ਹਮੇਸ਼ਾ ਇੱਕੋ ਜਿਹਾ ਚਾਹਿਆ, ਇਸ ਲਈ ਉਹਨਾਂ ਨੇ ਅਜਿਹਾ ਕੀਤਾ, ਪਰ ਹੁਣ ਜਦੋਂ ਅਸੀਂ ਆਪਣੇ ਆਪਣੇ ਘਰਾਂ ਵਿੱਚ ਰਸ ਬਸ ਗਏ ਹਾਂ ਫਿਰ ਇਹ ਸਭ ਦੀ ਕੀ ਜ਼ਰੂਰਤ ਆ? ਸਾਡੀਆਂ ਨਣਦਾਂ ਨੇ ਵੀ ਇਹੀ ਕੀਤਾ। ਮਾਤਾ ਪਿਤਾ ਆਪਣੇ ਬੱਚਿਆਂ ਵਿੱਚ ਕਦੇ ਭੇਦਭਾਵ ਨਹੀਂ ਕਰਦੇ, ਪਰ ਪਤਾ ਨਹੀਂ ਉਹਨਾਂ ਨੂੰ ਬੁਢਾਪੇ ਵਿੱਚ ਕੀ ਹੋ ਜਾਂਦਾ ਜੋ ਉਹਨਾਂ ਨੂੰ ਸਿਰਫ ਆਪਣੇ ਬੇਟੇ ਦਾ ਮੋਢਾ ਹੀ ਇੱਜ਼ਤ ਵਾਲਾ ਲੱਗਦਾ। ਬੇਟੀਆਂ ਦੇ ਮੋਢੇ ਜਾਂ ਉਹਨਾਂ ਦਾ ਘਰ ਸਭ ਤੋਂ ਪਰਾਇਆ ਹੋ ਜਾਂਦਾ। ਇਸ ਤੋਂ ਪਹਿਲਾਂ ਸੁਮਨ ਅੱਗੇ ਕੁਝ ਹੋਰ ਕਹਿ ਪਾਉਂਦੀ, ਮੀਨਾ ਨੇ ਉਸ ਦਾ ਹੱਥ ਦਬਾ ਕੇ ਚੁੱਪ ਰਹਿਣ ਦਾ ਇਸ਼ਾਰਾ ਕਰ ਦਿੱਤਾ ਤੇ ਇੱਧਰ ਸੁਮਨ ਦੀਆਂ ਅਤਰੰਗੀਆਂ ਗੱਲਾਂ ਨਾਲ ਸਭ ਹੈਰਾਨ ਹੋ ਗਏ। ਇੱਕ ਪਾਸੇ ਤਾਂ ਇਹ ਹੁਣੇ ਕਹਿ ਰਹੀ ਸੀ ਕਿ ਪਾਪਾ ਨੇ ਕੋਈ ਭੇਦਭਾਵ ਨਹੀਂ ਕੀਤਾ ਤੇ ਹੁਣ ਕਹਿ ਰਹੀ ਆ ਕਿ ਬੁਢਾਪੇ ਵਿੱਚ ਮਾਤਾ ਪਿਤਾ ਸਿਰਫ ਬੇਟਿਆਂ ਦਾ ਮੋਢਾ ਹੀ ਤਲਾਸ਼ਦੇ ਹਨ। ਸੁਮੇਧਾ ਕੱਪ ਪਾਉਂਦੇ ਹੋਏ ਬੋਲੀ, ਕੀ ਮਤਲਬ ਦੀਦੀ ਤੁਹਾਡੇ ਕਹਿਣ ਦਾ? ਸੁਮਨ ਗੱਲ ਨੂੰ ਪਲਟਦੇ ਹੋਏ ਬੋਲੀ, ਭਾਬੀ ਪਕੌੜੇ ਬਣਾਓ ਨਾ ਪਨੀਰ ਦੇ, ਮਾਂ ਨੂੰ ਵੀ ਬਹੁਤ ਪਸੰਦ ਆ। ਹਾਏ ਨਹੀਂ ਸੁਮਨ, ਮਾਂ ਜੀ ਨੂੰ ਪਨੀਰ ਨਹੀਂ ਪਚਦਾ, ਤੁਹਾਡੇ ਲਈ ਬਣਾ ਦਿੰਨੀ ਆ। ਸੁਮੇਧਾ ਨੇ ਕਿਹਾ, ਨਹੀਂ ਭਾਬੀ ਕੁਝ ਨਹੀਂ ਹੋਵੇਗਾ, ਮਾਂ ਨੂੰ, ਮਾਂ ਵੀ ਖਾਵੇਗੀ ਅਤੇ ਜੇ ਕੁਝ ਹੋਇਆ ਵੀ ਤਾਂ ਮੈਂ ਡਾਕਟਰ ਨੂੰ ਬੁਲਾ ਲਵਾਂਗੀ। ਕਿਉਂ ਮਾਂ, ਕੀ ਕਹਿੰਦੀ ਆ? ਮੀਨਾ ਨੇ ਕਿਹਾ। ਗੀਤਾ ਜੀ ਤਾਂ ਕੁਝ ਨਹੀਂ ਕਹਿੰਦੀ, ਪਰ ਉਹਨਾਂ ਨੂੰ ਪਤਾ ਸੀ ਕਿ ਇਸ ਗੱਲ ਉੱਤੇ ਸੁਮੇਧਾ ਕਿੰਨੇ ਗੁੱਸੇ ਵਿੱਚ ਹੋਵੇਗੀ। ਅਗਲੀ ਸੁਬਾਹ ਦੋਨੋਂ ਭੈਣਾਂ ਨੇ ਸੁਮੇਧਾ ਨੂੰ ਕਿਹਾ, ਭਾਬੀ ਅਸੀਂ ਮਾਂ ਦੇ ਲਈ ਕੁਝ ਬਾਜ਼ਾਰ ਲੈਣ ਜਾ ਰਹੀਆਂ, ਫਿਰ ਪਤਾ ਨਹੀਂ ਕਦੋਂ ਆਉਣਾ ਹੋਵੇਗਾ, ਇਸ ਲਈ ਇਸ ਵਾਰ ਤਾਂ ਅਸੀਂ ਮਾਂ ਦਾ ਪੂਰਾ ਬੰਦੋਬਸਤ ਕਰਕੇ ਜਾਵਾਂਗੀਆਂ ਅਤੇ 1 ਘੰਟੇ ਵਿੱਚ ਵਕੀਲ ਨੂੰ ਨਾਲ ਲੈ ਕੇ ਵਾਪਸ ਆਵਾਂਗੀਆਂ। ਸੁਮੇਧਾ ਨੂੰ ਸੁਮਨ ਅਤੇ ਮੀਨਾ ਦੀਆਂ ਗੱਲਾਂ ਦਾ ਕੋਈ ਮਤਲਬ ਸਮਝ ਨਹੀਂ ਆਇਆ। ਇੱਧਰ ਬਾਜ਼ਾਰ ਜਾਂਦੇ ਹੀ ਸੁਮੇਧਾ ਨੂੰ ਪੂਰਾ ਮੌਕਾ ਮਿਲ ਜਾਂਦਾ ਹੈ ਗੀਤਾ ਜੀ ਉੱਪਰ ਆਪਣੀ ਭੜਾਸ ਕੱਢਣ ਦਾ, ਪਰ ਉਹ ਗੀਤਾ ਜੀ ਦੇ ਕੋਲ ਪਨੀਰ ਦਾ ਇੱਕ ਵੱਡਾ ਟੁਕੜਾ ਲੈ ਕੇ ਗਈ ਤੇ ਕਿਹਾ, ਇਹ ਲੈ ਬੁੜਗੇ, ਪਨੀਰ ਦੇ ਪਕੌੜੇ ਖਾਣੇ ਸੀ ਨਾ ਤੂੰ, ਦੇਖ ਕਿੰਨਾ ਵੱਡਾ ਪਨੀਰ ਲਿਆਈ ਆ ਤੇਰੇ ਲਈ, ਤੇ ਹੋਰ ਵੀ ਕੁਝ ਹੈ ਇਹਦੇ ਬਾਅਦ। ਇਹ ਕਹਿ ਕੇ ਉਹ ਲਾਲ ਮਿਰਚ ਪਾਊਡਰ ਉਸ ਪਨੀਰ ਦੇ ਟੁਕੜੇ ਵਿੱਚ ਲਗਾ ਦਿੰਦੀ ਆ ਤੇ ਕਹਿੰਦੀ ਆ, ਹੁਣ ਖਾ ਇਸ ਨੂੰ। ਨਹੀਂ ਬਹੂ, ਇੰਨੀ ਮਿਰਚ ਮੈਂ ਨਹੀਂ ਖਾ ਪਾਊਂਗੀ। ਮੈਂ ਨਹੀਂ ਕਿਹਾ ਸੀ ਪਕੌੜਿਆਂ ਦੇ ਲਈ, ਉਹ ਤਾਂ ਸੁਮਨ ਅਤੇ ਮੀਨਾ ਨੇ ਕਿਹਾ ਸੀ। ਗੀਤਾ ਜੀ ਬਿਲਕਲਾਉਂਦੇ ਹੋਏ ਬੋਲਦੀ ਆ, ਤਾਂ ਬੁੜੀਆ ਤੂੰ ਮਨਾ ਕਿਉਂ ਨਹੀਂ ਕੀਤਾ? ਸੋਚਿਆ ਹੋਵੇਗਾ ਇਸ ਬਹਾਨੇ ਥੋੜਾ ਜੀਭ ਨੂੰ ਵੀ ਸਵਾਦ ਦੇ ਦੇਵਾਂਗੀ। ਹੁਣ ਉਸ ਜੀਭ ਉੱਤੇ ਅਜਿਹਾ ਸਵਾਦ ਲਾਉਂਗੀ ਕਿ ਅੱਗੇ ਤੋਂ ਜਦੋਂ ਵੀ ਕੁਝ ਖਾਣ ਦਾ ਸੋਚਿਆ ਤਾਂ ਇਹ ਸਵਾਦ ਸਭ ਤੋਂ ਪਹਿਲਾਂ ਯਾਦ ਆਵੇਗਾ। ਤੇ ਹੁਣ ਤਾਂ ਤੇਰੀਆਂ ਬੇਟੀਆਂ ਵੀ ਇੱਥੇ ਨਹੀਂ ਜੋ ਤੈਨੂੰ ਬਚਾਉਣਗੀਆਂ। ਬਹੂ, ਇੱਕ ਵਾਰ ਤੂੰ ਮੈਨੂੰ ਜ਼ਬਰਦਸਤੀ ਖਾਣਾ ਖਵਾਇਆ ਸੀ, ਜਿਸ ਦੀ ਵਜ੍ਹਾ ਨਾਲ ਮੈਂ 15 ਦਿਨ ਤੱਕ ਬਿਮਾਰ ਰਹੀ, ਤੇ ਹੁਣ ਇੰਨੀ ਮਿਰਚ ਨਾਲ ਕਿਤੇ ਮੈਂ ਮਰ ਹੀ ਨਾ ਜਾਵਾਂ। ਮਰ ਗਈ ਤਾਂ ਫਿਰ ਵੀ ਚੱਲੇਗਾ, ਪਰ ਜੇ ਬਚ ਗਈ ਤਾਂ ਬਹੁਤ ਤੜਫੂੰਗੀ। ਬਹੂ, ਅਜਿਹਾ ਜ਼ੁਲਮ ਨਾ ਕਰ, ਤੂੰ ਮੈਨੂੰ ਜ਼ਹਿਰ ਲਿਆ ਕੇ ਦੇ, ਮੈਂ ਉਹ ਖਾ ਕੇ ਹਮੇਸ਼ਾ ਦੇ ਲਈ ਇੱਥੋਂ ਤੁਹਾਡੀ ਜ਼ਿੰਦਗੀ 'ਚੋਂ ਚਲੀ ਜਾਵਾਂਗੀ, ਪਰ ਅਜਿਹਾ ਹਰ ਰੋਜ਼ ਮੇਰੇ ਉੱਤੇ ਅਤਿਆਚਾਰ ਨਾ ਕਰ।
ਆਖਰ ਮੈਂ ਤੇਰਾ ਕੀ ਵਿਗਾੜਿਆ? ਗੀਤਾ ਜੀ ਨੇ ਕਿਹਾ, ਜ਼ਹਿਰ ਦੇ ਪਾਉਂਦੀ ਤਾਂ ਕਦੋਂ ਦਾ ਦੇ ਦਿੱਤਾ ਹੁੰਦਾ, ਪਰ ਇਹ ਸਭ ਕਰਕੇ ਮੈਂ ਜੇਲ੍ਹ ਨਹੀਂ ਜਾਣਾ। ਅਤੇ ਵੈਸੇ ਵੀ ਬੁੜੀਆ, ਤੂੰ ਹੋਰ ਕਿੰਨੇ ਦਿਨ ਜੀਵੇਂਗੀ? ਪਰ ਜਿੰਨਾ ਦਿਨ ਵੀ ਜੀਵੇਂਗੀ ਮੈਂ ਤੇਰਾ ਉਹ ਹਾਲ ਕਰ ਦਊਂਗੀ ਕਿ ਤੂੰ ਖੁਦ ਹੀ ਮਰ ਜਾਏਂਗੀ। ਸੁਮੇਧਾ ਨੇ ਅੱਖਾਂ ਦਿਖਾ ਕੇ ਕਿਹਾ ਅਤੇ ਉਹ ਪਨੀਰ ਦਾ ਟੁਕੜਾ ਜ਼ਬਰਦਸਤੀ ਗੀਤਾ ਜੀ ਦੇ ਮੂੰਹ ਵਿੱਚ ਪਾ ਦਿੱਤਾ। ਉਦੋਂ ਹੀ ਪਿੱਛੇ ਤੋਂ ਸੁਮਨ ਅਤੇ ਮੀਨਾ ਆ ਕੇ ਸੁਮੇਧਾ ਨੂੰ ਧੱਕਾ ਦੇ ਕੇ ਇੱਕ ਜ਼ੋਰ ਨਾਲ ਥੱਪੜ ਮਾਰਿਆ ਤੇ ਗੀਤਾ ਜੀ ਤੋਂ ਦੂਰ ਤੱਕ ਕਰ ਦਿੱਤਾ ਅਤੇ ਮੀਨਾ ਲਗਾਤਾਰ ਕਈ ਥੱਪੜ ਸੁਮੇਧਾ ਨੂੰ ਮਾਰਦੀ ਚਲੀ ਗਈ। ਇਹ ਕੀ ਕਰ ਰਹੀ ਆ ਤੂੰ ਮੀਨਾ? ਸੁਮੇਧਾ ਨੇ ਗੁੱਸੇ ਵਿੱਚ ਆ ਕੇ ਕਿਹਾ। ਕਿਉਂ ਭਾਬੀ, ਤੂੰ ਮਾਂ ਦੇ ਨਾਲ ਕੀ ਕਰਦੀ ਸੀ? ਉਹਦੇ ਅੱਗੇ ਤਾਂ ਇਹ ਸਭ ਕੁਝ ਵੀ ਨਹੀਂ। ਉਹਦੇ ਲਈ ਤਾਂ ਤੁਹਾਨੂੰ ਜੇ ਸਜ਼ਾ ਦਿੱਤੀ ਜਾਵੇ ਉਹ ਵੀ ਘੱਟ ਆ। ਉਦੋਂ ਤੋਂ ਪਿੱਛੋਂ ਸੁਰੇਸ਼ ਵੀ ਆ ਜਾਂਦਾ ਹੈ। ਉੱਥੋਂ ਦਾ ਸ਼ੋਰ ਸ਼ਰਾਬਾ ਸੁਣ ਕੇ ਉਸ ਦਾ ਕਾਰਨ ਪੁੱਛਦਾ ਹੈ। ਸੁਮੇਧਾ ਤੁਰੰਤ ਕਹਿੰਦੀ ਹੈ, ਦੇਖੋ ਜੀ, ਅੱਜ ਇਹ ਛੋਟੀ ਹੋ ਕੇ ਆਪਣੀ ਮਾਂ ਵਰਗੀ ਭਾਬੀ ਉੱਤੇ ਹੱਥ ਉਠਾ ਰਹੀ ਆ। ਕੀ ਨਹੀਂ ਕੀਤਾ ਮੈਂ ਇਹਨਾਂ ਦੇ ਲਈ? ਇਸ ਘਰ ਵਿੱਚ ਜਦੋਂ ਦੀ ਆਈ ਆ ਇਹ ਕਿੰਨੀ ਛੋਟੀ ਸੀ, ਮਾਂ ਬਣ ਕੇ ਇਸ ਦਾ ਖਿਆਲ ਰੱਖਿਆ ਤੇ ਅੱਜ ਇਹ ਮੇਰੇ ਉੱਤੇ ਹੀ ਹੱਥ ਉਠਾ ਰਹੀ ਆ। ਇਹ ਕੀ ਆ ਮੀਨਾ, ਤੁਸੀਂ ਇਹ ਸਭ ਕੀ ਕਰਨ ਕੀ ਆਈਆਂ? ਹੁਣ ਤਾਂ ਇਹ ਘਰ ਮੇਰਾ ਹੈ ਤੇ ਇੱਥੇ ਸਿਰਫ ਮੇਰਾ ਤੇ ਸੁਮੇਧਾ ਦਾ ਹੱਕ ਚੱਲੇਗਾ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇੱਥੇ ਹੁਣ ਕਦੇ ਨਾ ਆਇਓ। ਸੁਰੇਸ਼ ਨੇ ਕਿਹਾ, ਇਹ ਕੀ ਕਹਿ ਰਹੇ ਹੋ ਜੀ? ਸਾਡਾ ਘਰ? ਸੁਮੇਧਾ ਨੂੰ ਹੈਰਾਨ ਹੋ ਕੇ ਪੁੱਛਿਆ। ਸੁਮੇਧਾ, ਇਹ ਲੋਕ ਹੁਣੇ ਮੇਰੀ ਦੁਕਾਨ ਤੇ ਵਕੀਲ ਨੂੰ ਲੈ ਕੇ ਪਹੁੰਚੀਆਂ ਸੀ, ਮੇਰੇ ਦਸਤਕ ਕਰਵਾਏ ਤੇ ਇਹ ਲੋਕਾਂ ਨੇ ਆਪਣਾ ਹਿੱਸਾ ਮੇਰੇ ਨਾਮ ਕਰ ਦਿੱਤਾ। ਇਸ ਲਈ ਹੁਣ ਆਪਾਂ ਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਤੇ ਹੁਣ ਨਾ ਹੀ ਤੈਨੂੰ ਇਹਨਾਂ ਦੀ ਚਾਪਲੂਸੀ ਕਰਨ ਦੀ ਜ਼ਰੂਰਤ ਆ ਤੇ ਨਾ ਹੀ ਤੂੰ ਇਹ ਬੁੱਢੀ ਨੂੰ ਸਤਾਉਣ ਦੀ। ਤੈਨੂੰ ਕੋਈ ਰੋਕ ਸਕਦਾ। ਜਿਸ ਨੂੰ ਦਿੱਕਤ ਆ ਉਹ ਇਸ ਨੂੰ ਆਪਣੇ ਨਾਲ ਲਿਜਾ ਸਕਦੀ ਆ। ਸੁਰੇਸ਼ ਨੇ ਕਿਹਾ, ਚਲੋ ਇਹ ਤਾਂ ਬਹੁਤ ਚੰਗੀ ਖਬਰ ਸੁਣਾਈ ਤੁਸੀਂ। ਅੱਜ ਤਾਂ ਮੈਂ ਇਸ ਨੂੰ ਆਪਣੇ ਸਾਰੇ ਮਿਹਨਤ ਦਾ ਗਿਣ ਕੇ ਹਿਸਾਬ ਲਊਂਗੀ। ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ, ਇਹਨਾਂ ਲੋਕਾਂ ਨੇ ਦੁਕਾਨ ਉੱਤੇ ਜਾ ਕੇ ਦਸਤਕ ਕਿਉਂ ਕਰਵਾਏ? ਮੈਨੂੰ ਬਾਜ਼ਾਰ ਦਾ ਕਹਿ ਕੇ ਗਈਆਂ ਸੀ, ਸੁਮੇਧਾ ਜੀ ਨੇ ਕਿਹਾ। ਸੁਮੇਧਾ ਦੇ ਇਸ ਗੱਲ ਉੱਤੇ ਸੁਮਨ ਅਤੇ ਮੀਨਾ ਜ਼ੋਰ ਨਾਲ ਹੱਸ ਪਈਆਂ ਤੇ ਫਿਰ ਸੁਮਨ ਬੋਲੀ, ਜੋ ਵੀ ਕਿਹੋ ਭਾਬੀ, ਭਰਜਾਈ ਤੁਹਾਡਾ ਦਿਮਾਗ ਸੱਚਮੁੱਚ ਬਹੁਤ ਤੇਜ਼ ਆ। ਇਸ ਲਈ ਅਸੀਂ ਦੁਕਾਨ ਉੱਤੇ ਜਾ ਕੇ ਦਸਤਕ ਕਰਵਾਏ ਤਾਂ ਕਿ ਸਾਡਾ ਪਲਾਨ ਕਾਮਯਾਬ ਹੋ ਜਾਵੇ, ਕਿਉਂਕਿ ਇੱਥੇ ਤੁਹਾਡੇ ਨਾਲ ਚਲਾਕੀ ਕਰਨਾ ਥੋੜਾ ਮੁਸ਼ਕਲ ਹੋ ਜਾਂਦਾ। ਇਹ ਕੀ ਮਜ਼ਾਕ ਆ ਸੁਮਨ? ਸੁਰੇਸ਼ ਨੇ ਅੱਖਾਂ ਦਿਖਾ ਕੇ ਪੁੱਛਿਆ ਤਾਂ ਮੀਨਾ ਆਪਣੇ ਭਰਾ ਨੂੰ ਅੱਜ ਇੱਕ ਜ਼ੋਰਦਾਰ ਥੱਪੜ ਲਗਾ ਕੇ ਬੋਲੀ, ਰੁਕੋ ਭਾਈ, ਸ਼ੁਰੂ ਤੋਂ ਦੱਸਦੀ ਆਂ, ਮੀਨਾ ਦੀ ਧੀ ਸਾਨੂੰ ਤਾਂ ਕਲਾਕਾਰ ਹੋਣਾ ਚਾਹੀਦਾ। ਇੰਨੀ ਚੰਗੀ ਐਕਟਿੰਗ ਕਰਦੇ ਆ ਆਪਾਂ। ਕਿਉਂ, ਸਹੀ ਕਿਹਾ ਨਾ ਮੈਂ ਸੁਮਨ? ਸੁਮਨ ਨੇ ਕਿਹਾ, ਹਾਂ। ਜਦੋਂ ਵਿਸ਼ਾਲ ਪਕੌੜੇ ਖਾਂਦਾ ਮਾਂ ਦੇ ਕੋਲ ਬੈਠਾ ਤੇ ਉਸਨੇ ਜ਼ਬਰਦਸਤੀ ਪਕੌੜੇ ਖਵਾਏ, ਉਸ ਤੋਂ ਪਹਿਲਾਂ ਹੀ ਭਾਬੀ ਦੀ ਮੇਰੇ ਨਾਲ ਫੋਨ ਉੱਤੇ ਗੱਲ ਹੋਈ ਸੀ। ਸ਼ਾਇਦ ਇਸ ਲਈ ਵਿਸ਼ਾਲ ਨੇ ਮੈਨੂੰ ਗਲਤੀ ਨਾਲ ਫੋਨ ਮਿਲਾ ਲਿਆ ਜਦੋਂ ਉਹ ਮੋਬਾਈਲ ਤੇ ਗੇਮ ਖੇਡ ਰਿਹਾ ਸੀ। ਇਹ ਵਿਸ਼ਾਲ ਦੀ ਗਲਤੀ ਸੀ ਜਾਂ ਰੱਬ ਦੀ ਕੋਈ ਲੀਲਾ? ਉਸ ਦਿਨ ਜਦੋਂ ਮਾਂ ਨੂੰ ਭਾਬੀ ਸਿਰਫ ਇੱਕ ਪਕੌੜੇ ਖਾਣ ਦੇ ਲਈ ਕੁੱਟ ਰਹੀ ਸੀ, ਮੈਂ ਸਭ ਕੁਝ ਸੁਣਿਆ ਤੇ ਸਮਝ ਲਿਆ। ਮੈਨੂੰ ਉਸ ਦਿਨ ਇਹ ਵੀ ਪਤਾ ਚੱਲ ਗਿਆ ਸੀ ਕਿ ਮਾਂ ਦੇ ਨਾਲ ਤੁਸੀਂ ਕਿਹੋ ਜਿਹਾ ਵਰਤਾਵ ਕਰਦੇ ਹੋ। ਫਿਰ ਮੈਂ ਤੁਰੰਤ ਮੀਨਾ ਨਾਲ ਗੱਲ ਕੀਤੀ ਤੇ ਇਹ ਪਲਾਨ ਬਣਾਇਆ ਕਿ ਕਿਸ ਤਰ੍ਹਾਂ ਅਸੀਂ ਤੁਹਾਨੂੰ ਸਬਕ ਸਿਖਾ ਕੇ। ਸੁਮਨ ਨੇ ਕਿਹਾ, ਅਸੀਂ ਚਾਹੁੰਦੇ ਹਾਂ ਕਿ ਉਦੋਂ ਹੀ ਤੁਹਾਨੂੰ ਤੁਹਾਡੀ ਔਕਾਤ ਦਿਖਾ ਸਕਦੇ ਸੀ, ਪਰ ਉਸ ਵਿੱਚ ਉਹ ਮਜ਼ਾ ਨਹੀਂ ਆਉਂਦਾ ਜੋ ਅੱਜ ਆਇਆ। ਭਾਈ ਜੀ, ਤੁਹਾਨੂੰ ਕੀ ਲੱਗਿਆ ਅਚਾਨਕ ਨਾਲ ਆ ਕੇ ਅਸੀਂ ਇਸ ਤਰ੍ਹਾਂ ਹੀ ਪ੍ਰਾਪਰਟੀ ਦੀ ਗੱਲ ਛੇੜ ਲਈ? ਨਹੀਂ, ਅਸੀਂ ਚਾਹੁੰਦੇ ਸੀ ਕਿ ਪਹਿਲਾਂ ਤੁਹਾਡੇ ਤੋਂ ਸਭ ਕੁਝ ਖੋਹ ਲਈਏ ਤੇ ਮਾਂ ਦੇ ਨਾਮ ਕਰ ਦਈਏ, ਫਿਰ ਅਸੀਂ ਤੁਹਾਨੂੰ ਵੀ ਤੁਹਾਡੇ ਸਹੁਰੇ ਘਰ ਭੇਜ ਦੇਵਾਂਗੇ। ਉਸ ਦਿਨ ਦੀ ਗੱਲ ਆ ਕੁੱਟਮਾਰ ਦੀ। ਗੱਲ ਸੁਮਨ ਦੇ ਫੋਨ ਵਿੱਚ ਰਿਕਾਰਡ ਆ, ਜੋ ਤੁਸੀਂ ਦੋਨਾਂ ਨੂੰ ਜੇਲ੍ਹ ਭਜਵਾਉਣ ਦੇ ਲਈ ਕਾਫੀ ਆ, ਮੀਨਾ ਨੇ ਕਿਹਾ। ਮੀਨਾ ਤੇ ਸੁਮਨ ਜਦੋਂ ਬਾਜ਼ਾਰ ਗਏ ਸੀ ਤਾਂ ਇੱਕ ਕੈਮਰਾ ਉਹ ਘਰ ਵਿੱਚ ਕੋਨੇ 'ਚ ਲਗਾ ਕੇ ਗਈਆਂ ਸੀ। ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹਨਾਂ ਦੇ ਜਾਂਦੇ ਹੀ ਸੁਮੇਧਾ ਮਾਂ ਦੇ ਨਾਲ ਫਿਰ ਤੋਂ ਕੁਝ ਨਾ ਕੁਝ ਗਲਤ ਕਰੇਗੀ। ਕੀ ਸੱਚਮੁੱਚ ਇਹ ਹੁਣ ਮੇਰੇ ਤੋਂ ਹੱਥ ਨਹੀਂ ਚੁੱਕਣਗੇ? ਗੀਤਾ ਨੇ ਭਿੱਜੀਆਂ ਹੋਈਆਂ ਅੱਖਾਂ ਨਾਲ ਆਪਣੀਆਂ ਬੇਟੀਆਂ ਨੂੰ ਪੁੱਛਿਆ। ਹਾਂ ਮਾਂ, ਹੁਣ ਤੁਹਾਨੂੰ ਕੋਈ ਹੱਥ ਨਹੀਂ ਲਗਾ ਸਕਦਾ। ਜੇ ਕਿਸੇ ਨੇ ਵੀ ਤੁਹਾਨੂੰ ਗਲਤੀ ਨਾਲ ਛੂਹਿਆ ਤਾਂ ਉਸ ਦਾ ਹੱਥ ਤੋੜ ਕੇ ਉਸ ਦੇ ਹੱਥ 'ਚ ਦੇ ਦੇਵਾਂਗੀਆਂ। ਗੀਤਾ ਜੀ ਬੋਲੀ, ਜਾਣਦੀਆਂ ਬੇਟਾ, ਇਹ ਮੈਨੂੰ ਮਾਰਦੀ ਸੀ ਨਾ। 2 ਦਿਨ ਤੱਕ ਮੈਂ ਬਿਸਤਰ ਤੋਂ ਨਹੀਂ ਉੱਠ ਪਾਉਂਦੀ ਸੀ। ਕਦੇ ਕਦੇ ਤਾਂ ਦਰਦ ਵਿੱਚ ਉਲਟੀ ਵੀ ਆ ਜਾਂਦੀ ਸੀ। ਇਹ ਕਹਿ ਕੇ ਗੀਤਾ ਜੀ ਨੇ ਆਪਣੇ ਹੰਝੂਆਂ ਨੂੰ ਪੂੰਝਣ ਲੱਗੀ ਤੇ ਆਪਣੀ ਹਲਕ ਲਾਉਂਦੀ ਹੋਈ ਆਵਾਜ਼ ਵਿੱਚ ਕਹਿੰਦੀ ਹੈ, ਬਚਪਨ ਵਿੱਚ ਮੈਂ ਜਦੋਂ ਤੁਹਾਨੂੰ ਮਾਰਦੀ ਸੀ, ਜੇ ਤੁਹਾਡੇ ਨਿਸ਼ਾਨ ਪੈ ਜਾਂਦੇ ਤਾਂ ਮੇਰਾ ਦਿਲ ਰੋਂਦਾ ਸੀ।
ਤੇ ਅੱਜ ਆਪਣੀ ਬੁੱਢੀ ਲਾਚਾਰ ਮਾਂ ਨੂੰ ਕੁੱਟ-ਕੁੱਟ ਕੇ ਇਹਨਾਂ ਦੇ ਇੰਨੇ ਨਿਸ਼ਾਨ ਦਿੱਤੇ ਹਨ ਕਿ ਮੈਂ ਦਰਦ ਵਿੱਚ ਪੂਰੀ ਰਾਤ ਰੋਂਦੀ ਰਹਿੰਦੀ ਆ। ਫਿਰ ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਮਾਂ ਦੇ ਸਰੀਰ ਉੱਤੇ ਇੰਨੀ ਕੁੱਟ ਦੇ ਨਿਸ਼ਾਨ ਦੇਖ ਕੇ ਦੋਨੋਂ ਬੇਟੀਆਂ ਦੀਆਂ ਅੱਖਾਂ ਭਰ ਆਈਆਂ। ਮਾਂ, ਕਿਉਂ ਤੁਸੀਂ ਇੱਕ ਵਾਰ ਵੀ ਸਾਨੂੰ ਨਹੀਂ ਦੱਸਿਆ? ਕਿਉਂ ਇੰਨੇ ਅਤਿਆਚਾਰ ਸਹਿੰਦੇ ਰਹੇ? ਮੀਨਾ ਨੇ ਕਿਹਾ। ਡਰ ਲੱਗਦਾ ਸੀ ਬੇਟਾ ਇਸ ਦੀ ਮਾਰ ਤੋਂ। ਇਸ ਨੂੰ ਤਾਂ ਫਿਰ ਵੀ ਸਹਿ ਲੈਂਦੀ ਸੀ, ਪਰ ਸੁਰੇਸ਼ ਜਦੋਂ ਮਾਰਦਾ ਸੀ ਨਾ ਤਾਂ ਮੈਨੂੰ ਆਪਣੀਆਂ ਹੱਡੀਆਂ ਝਟਕਣ ਦੀ ਆਵਾਜ਼ ਵੀ ਆਉਂਦੀ ਸੀ। ਪਰ ਇੰਨਾ ਸਹਿ ਕੇ ਵੀ ਅੱਜ ਜਿੰਦਾ ਹਾਂ। ਪਤਾ ਨਹੀਂ ਇਹ ਮੇਰਾ ਕਿਸ ਜਨਮ ਦਾ ਪਾਪ ਆ। ਉਸ ਨੂੰ ਵੀ ਹੁਣ ਹੀ ਭੋਗ ਰਹੀ ਹਾਂ, ਵਰਨਾ ਇੱਕ ਲੋਹੇ ਦੀ ਬਾਲਟੀ ਨਾਲ ਤੇਰੇ ਭਰਾ ਨੇ ਮੇਰੇ ਸਿਰ ਵਿੱਚ ਮਾਰੀ ਸੀ ਤਾਂ ਉਦੋਂ ਹੀ ਮੈਂ ਮਰ ਜਾਂਦੀ। ਗੀਤਾ ਜੀ ਕਹਿੰਦੇ ਹੋਏ ਰੋਈ ਜਾ ਰਹੀ ਸੀ। ਮਾਂ, ਤੁਹਾਡੀ ਹਰ ਇੱਕ ਚੋਟ ਦਾ ਹਿਸਾਬ ਹੋਵੇਗਾ। ਇਹਨਾਂ ਨੂੰ ਤਾਂ ਹੁਣ ਅਸੀਂ ਸਜ਼ਾ ਦੇਵਾਂਗੀਆਂ ਕਿ ਹੁਣ ਹਰ ਕੋਈ ਬੇਟਾ ਬਹੂ ਆਪਣੀ ਬੁੱਢੇ ਮਾਂ-ਬਾਪ ਦੇ ਨਾਲ ਅਜਿਹਾ ਕਰਨ ਤੋਂ ਪਹਿਲਾਂ 100 ਵਾਰ ਸੋਚੇਗਾ। ਉਦੋਂ ਹੀ ਦਰਵਾਜ਼ੇ ਦੀ ਘੰਟੀ ਵੱਜੀ। ਸੁਮੇਧਾ ਨੇ ਡਰਦੀ ਹੋਈ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਪੁਲਿਸ ਨੂੰ ਦੇਖ ਕੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਹ ਲਓ ਮਾਂ, ਪੁਲਿਸ ਵੀ ਆ ਗਈ। ਲੈ ਜਾਓ ਇਹਨਾਂ ਹਵਾਨਾਂ ਨੂੰ ਅਤੇ ਅਸੀਂ ਇਹਨਾਂ ਦੇ ਖਿਲਾਫ ਸਬੂਤ ਪਿੱਛੇ ਤੋਂ ਲੈ ਕੇ ਆਉਂਦੀਆਂ ਹਾਂ, ਮੀਨਾ ਨੇ ਤੈਸ਼ ਵਿੱਚ ਆ ਕੇ ਕਿਹਾ। ਮੀਨਾ ਅਤੇ ਸੁਮਨ ਨੇ ਆਪਣੇ ਭਰਾ ਭਰਜਾਈ ਨੂੰ 2 ਸਾਲ ਦੀ ਸਜ਼ਾ ਦਵਾਈ। ਸੁਮਨ ਬੋਲੀ, ਮਾਂ, ਹੁਣ ਤੁਸੀਂ ਆਰਾਮ ਨਾਲ ਇੱਥੇ ਰਹਿ ਸਕਦੇ ਹੋ, ਪਰ ਇਸ ਉਮਰ ਵਿੱਚ ਤੁਸੀਂ ਇਕੱਲੇ ਕਿਵੇਂ ਰਹੋਗੇ? ਤੁਸੀਂ ਮੇਰੇ ਨਾਲ ਚੱਲੋ, ਉੱਥੇ ਮੇਰੇ ਨਾਲ ਰਹਿਣਾ। ਸੁਮਨ ਨੇ ਕਿਹਾ, ਨਹੀਂ ਬੇਟਾ, ਜਦੋਂ ਇਹ ਬੁੱਢੀ ਹੱਡੀਆਂ ਇੰਨੀ ਮਾਰ ਸਹਿ ਕੇ ਵੀ ਇਕੱਲੇ ਰਹਿ ਸਕਦੀਆਂ ਤਾਂ ਮੈਨੂੰ ਆਪਣੀ ਆਜ਼ਾਦੀ ਮਹਿਸੂਸ ਕਰਨ ਦਿਓ। ਹੁਣ ਮੈਂ ਆਪਣੇ ਕਮਰੇ ਵਿੱਚ ਸੌਵਾਂਗੀ, ਜੋ ਮਨ ਵਿੱਚ ਆਵੇਗਾ ਖਾਵਾਂਗੀ। ਗੀਤਾ ਜੀ ਇੱਕਦਮ ਬੱਚਿਆਂ ਵਰਗੀਆਂ ਹਰਕਤਾਂ ਕਰਨ ਲੱਗੀ, ਜਿਸ ਨੂੰ ਦੇਖ ਕੇ ਸੁਮਨ ਅਤੇ ਮੀਨਾ ਦੀਆਂ ਅੱਖਾਂ 'ਚ ਹੰਝੂ ਆ ਗਏ। ਸੁਮਨ ਅਤੇ ਮੀਨਾ ਨੇ ਆਪਣੀ ਮਾਂ ਦੇ ਲਈ ਇੱਕ ਸਹਾਇਕਾ ਰੱਖ ਦਿੱਤੀ ਤਾਂ ਕਿ ਉਹ 24 ਘੰਟੇ ਮਾਂ ਦੇ ਨਾਲ ਰਹੇ ਤੇ ਉਸ ਨੂੰ ਕਿਸੇ ਪ੍ਰਕਾਰ ਦੀ ਅਸੁਵਿਧਾ ਮਹਿਸੂਸ ਨਾ ਹੋਵੇ। ਇੱਥੋਂ ਤੱਕ ਕਿ ਹਫ਼ਤੇ ਵਿੱਚ 2 ਵਾਰ ਬੇਟੀਆਂ ਉਹਨਾਂ ਨੂੰ ਮਿਲ ਕੇ ਜਾਂਦੀਆਂ। ਸੁਮਿਧਾ ਅਤੇ ਸੁਰੇਸ਼ ਜੇਲ੍ਹ ਤੋਂ ਛੁੱਟ ਕੇ ਦੁਬਾਰਾ ਮਾਂ ਤੋਂ ਮਾਫ਼ੀ ਮੰਗਣ ਲੱਗੇ ਤਾਂ ਗੀਤਾ ਜੀ ਨੇ ਉਹਨਾਂ ਨੂੰ ਮਾਫ਼ ਨਹੀਂ ਕੀਤਾ ਤੇ ਧੱਕੇ ਮਾਰ ਕੇ ਘਰ ਤੋਂ ਕੱਢ ਦਿੱਤਾ, ਇਹ ਕਹਿ ਕੇ ਕਿ ਅੱਜ ਤੋਂ ਮੇਰਾ ਬੇਟਾ ਮੇਰੇ ਲਈ ਮਰ ਚੁੱਕਿਆ। ਦੋਨੋਂ ਉੱਥੋਂ ਸਿਰ ਝੁਕਾ ਕੇ ਚਲੇ ਗਏ। ਸੁਰੇਸ਼ ਅਤੇ ਸੁਮੇਧਾ ਦਰ-ਦਰ ਦੀਆਂ ਠੋਕਰਾਂ ਖਾਂਦੇ ਰਹੇ। ਇੱਧਰ ਗੀਤਾ ਜੀ ਆਪਣੇ ਘਰ ਵਿੱਚ ਹੁਣ ਆਰਾਮ ਨਾਲ ਰਹਿ ਰਹੀ ਸੀ ਤੇ ਬੇਟੀਆਂ ਤੇ ਦਮਾਦ ਉਹਨਾਂ ਦਾ ਖੂਬ ਖਿਆਲ ਰੱਖਦੇ ਸੀ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ।